ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲੋਕ ਕ੍ਰਾਂਤੀ ਚੈਨਲ ਪੰਜਾਬੀ ਤੇ ਮੈਂ ਹਾਂ ਸੁਖਵਿੰਦਰ ਸ਼ੇਰਗਿੱਲ। ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਦੇ ਲਈ ਜਿਹੜੀਆਂ ਅੱਜ ਵੱਡੀਆਂ ਖਬਰਾਂ ਉਹ ਇਹ ਨੇ ਕਿ ਰਾਕੇਸ਼ ਟਕੈਤ ਹੋਰਾਂ ਦਾ ਇੱਕ ਵਿਵਾਦਿਤ ਬਿਆਨ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰੀ ਤਾਲਿਬਾਨ ਦੀ ਦੇਸ਼ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਕਿਸੇ ਬੀਜੇਪੀ ਲੀਡਰ ਦਾ ਕਤਲ ਹੋ ਸਕਦਾ ਹੈ ਚੋਣਾਂ ਤੋਂ ਪਹਿਲਾਂ। ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਟਕੈਤ ਸਾਹਿਬ ਹੋਰਾਂ ਦਾ ਆਇਆ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜੇ ਵਿਰੋਧ ਕਰਨ ਵਾਲੇ ਸੀਗੇ ਉਹਨਾਂ ਅਣਪਛਾਤੇ 50-60 ਵਿਅਕਤੀਆਂ ਤੇ ਪਰਚਾ ਦਰਜ ਹੋਇਆ ਤੇ ਹਰੀਸ਼ ਰਾਵਤ ਨੇ ਆਪਣੇ 5 ਪਿਆਰਿਆਂ ਵਾਲੇ ਬਿਆਨ ਤੋਂ ਮਾਫੀ ਮੰਗੀ ਹੈ। ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਵੀ ਹੋਣਗੀਆਂ, ਇਹਨਾਂ ਤੇ ਸਭ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਰਾਏਪੁਰ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਸੁਖਵਿੰਦਰ ਜੀ। ਪਰਮਿੰਦਰ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਰਾਕੇਸ਼ ਟਕੈਤ ਹੋਰਾਂ ਦਾ ਇੱਕ ਵਿਵਾਦਿਤ ਬਿਆਨ ਆਇਆ, ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਚੋਣਾਂ ਤੋਂ ਪਹਿਲਾਂ ਹਿੰਦੂ ਵਰਸਸ ਸਿੱਖ ਕੀਤਾ ਜਾ ਸਕਦਾ ਹੈ, ਕਿਸੇ ਵੱਡੇ ਬੀਜੇਪੀ ਲੀਡਰ ਦਾ ਕਤਲ ਹੋ ਸਕਦਾ ਹੈ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਖਦਸ਼ਾ ਆ ਜਿਹੜਾ ਖਦਸ਼ਾ ਜਤਾ ਰਹੇ ਆ ਰਾਕੇਸ਼ ਟਕੈਤ ਹੋਰੀ, ਉਹਨਾਂ ਨੂੰ ਇੱਦਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਲੰਮਾ ਸਮਾਂ ਹੋ ਗਿਆ ਸੰਘਰਸ਼ ਦੇ ਨਾਲ ਜੁੜਿਆ, ਲੰਮਾ ਸਮਾਂ ਹੋ ਗਿਆ ਵਿਚਰ ਰਹੇ ਨੇ, ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਲੰਮਾ ਸਮਾਂ ਹੀ ਹੋ ਗਿਆ ਕਿ ਰਾਜਨੇਤਾਵਾਂ ਨਾਲ ਕੋਈ ਜਿੱਦਾਂ ਵਾਰਤਾ ਗੱਲਬਾਤ ਜਾਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਹੁੰਦੀ ਰਹੀ ਹੈ। ਉਹਨਾਂ ਦੇ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਵੀ ਦੇਖਣ ਦੀ ਮੌਕਾ ਮਿਲਦਾ ਰਹਿੰਦਾ ਉਹਨਾਂ ਨੂੰ। ਉਹਨਾਂ ਦਾ ਜਿਹੜਾ ਆਪਾਂ ਰਵੱਈਆ ਕਹਿ ਲਓ, ਆਪਾਂ ਕਹਿ ਸਕਦੇ ਹਾਂ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੋ ਸਕਦਾ, ਪਾਰਟੀ ਲੈਵਲ ਦੇ ਉੱਤੇ ਵੀ ਪਾਰਟੀ ਲੈਵਲ ਦੀਆਂ ਗਤੀਵਿਧੀਆਂ ਜਾਂ ਕੀ ਕਰ ਸਕਦਾ ਕੋਈ, ਕਿੱਦਾਂ ਚੋਣਾਂ ਦੇ ਵਿੱਚ ਰੋਲ ਅਦਾ ਕਰ ਸਕਦਾ ਹੈ, ਕਿਹੜੀ ਹੱਦ ਤੱਕ ਜਾ ਸਕਦਾ ਹੈ, ਉਹ ਸਾਰੀਆਂ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ ਜਦੋਂ ਵਿਚਰਦੇ ਹੁੰਦੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾ ਕੇ। ਬਹੁਤ ਜਿਹੜੇ ਨੇੜੇ ਹੁੰਦੇ ਨੇ, ਕਈ ਵਾਰ ਰਾਜਨੀਤਿਕ ਦਲਾਂ ਦੇ ਰਾਜਨੀਤਿਕ ਆਗੂਆਂ ਦੇ ਬਹੁਤ ਨੇੜੇ ਹੁੰਦੇ ਨੇ, ਉਹ ਵੀ ਗੱਲਾਂ ਕਰਦੇ ਨੇ, ਆ ਕੇ ਮਿਲਦੇ ਨੇ ਤੇ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਇੱਕ ਤਜਰਬਾ ਕਹਿ ਲਓ ਆਪਾਂ ਨਿਕਲਦਾ ਤੇ ਉਸ ਤਜਰਬੇ ਦੇ ਤਹਿਤ ਆਪਾਂ ਕਹਿ ਸਕਦੇ ਕਿ ਇਸ ਤਰ੍ਹਾਂ ਦਾ ਬਿਆਨ ਜਿਹੜਾ ਰਾਕੇਸ਼ ਟਕੈਤ ਨੇ ਇਹ ਦਿੱਤਾ ਹੈ, ਉਹ ਖਦਸ਼ਾ ਜ਼ਾਹਿਰ ਕੀਤਾ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਕੋਈ ਸੱਚਾਈ ਹੋ ਸਕਦੀ ਹੈ। ਪਹਿਲਾਂ ਵੀ ਦੇਖੋ ਬੀਜੇਪੀ ਦੇ ਉੱਤੇ ਏਦਾਂ ਦੇ ਇਲਜ਼ਾਮ ਵੀ ਲੱਗਦੇ ਆਏ ਆ, ਮੋਦੀ ਸਰਕਾਰ ਦੇ ਉੱਤੇ ਵੀ ਲੱਗਦੇ ਆ, ਮੋਦੀ ਦੇ ਉੱਤੇ ਲੱਗਦੇ ਆਏ ਆ ਕਿ ਚੋਣਾਂ ਦੇ ਵੇਲੇ ਕਿਸੇ ਵੀ ਤਰ੍ਹਾਂ ਦੇ ਕੋਈ ਧਾਰਮਿਕ ਜਾਂ ਜਾਤੀਵਾਦ ਦੀ ਇੱਦਾਂ ਦੀ ਰੰਗਤ ਦੇ ਕੇ ਕੋਈ ਹੱਲਾ ਗੁੱਲਾ ਜਾਂ ਕਹਿ ਲਓ ਕੋਈ ਦੰਗਾ ਫਸਾਦ ਏਦਾਂ ਦਾ ਕਰਵਾ ਸਕਦੇ ਆ। ਤਾਂ ਉਹ ਖਦਸ਼ਾ ਜਿਹੜਾ ਹੈਗਾ ਲਗਾਤਾਰ ਬਣਿਆ ਵੀ ਹੋਇਆ। ਹੁਣ ਯੂਪੀ ਦੀਆਂ ਚੋਣਾਂ ਆ ਰਹੀਆਂ ਨੇ, ਰਾਕੇਸ਼ ਟਕੈਤ ਦਾ ਕਹਿਣਾ ਜਿਹੜਾ ਹੈਗਾ ਕਿ ਦੋ ਭਾਈਚਾਰਿਆਂ ਨੂੰ, ਕਿਸੇ ਵੀ ਭਾਈਚਾਰੇ ਨੂੰ ਆਪਾਂ ਨਾਂ ਨਹੀਂ ਆਪਾਂ ਕਿਸੇ ਦਾ ਪਾਰਟੀਕੂਲਰ ਲੈ ਸਕਦੇ ਕਿ ਇਹਨਾਂ ਭਾਈਚਾਰਿਆਂ ਦੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਟਕਰਾਅ ਪੈਦਾ ਕਰ ਸਕਦੇ ਆ। ਕਿਸੇ ਨੂੰ ਵੀ ਜੇ ਕੋਈ ਇੱਦਾਂ ਦਾ ਸ਼ਿਕਾਰ ਬਣਾਉਣਾ ਹੁੰਦਾ ਤਾਂ ਇਹ ਰਾਜਨੀਤਿਕ ਦਲਾਂ ਦੀ ਇੱਕ ਚਾਲ ਹੁੰਦੀ ਹੈ, ਇਹ ਤੋਂ ਮੁਨਕਰ ਤਾਂ ਆਪਾਂ ਹੋ ਨਹੀਂ ਸਕਦੇ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੁੰਦੀਆਂ ਕਿ ਇਹ ਆਪਸ ਵਿੱਚ ਇੱਦਾਂ ਦੇ ਲੋਕਾਂ ਨੂੰ ਪੜ੍ਹਾ ਨਹੀਂ ਸਕਦੇ ਜਾਂ ਇੱਦਾਂ ਦਾ ਹਊਆ ਨਹੀਂ ਕ੍ਰੀਏਟ ਕਰ ਸਕਦੇ ਜਾਂ ਇੱਦਾਂ ਦੀ ਦਹਿਸ਼ਤ ਜਾਂ ਡਰ ਦਾ ਮਾਹੌਲ ਨਹੀਂ ਪੈਦਾ ਕਰ ਸਕਦੇ ਕਿ ਇੱਕ ਤਬਕੇ ਨੂੰ, ਇੱਕ ਭਾਈਚਾਰੇ ਨੂੰ ਜਾਂ ਇੱਕ ਖੇਤਰ ਦੇ ਵਿੱਚ ਕੋਈ ਜਿਹੜੀ ਖਾਸ ਕਮਿਊਨਿਟੀ ਰਹਿੰਦੀ ਹੈ ਉਹਨੂੰ ਡਰਾਉਣ ਦੇ ਲਈ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਕਰਕੇ ਤਾਂ ਉਹਨੂੰ ਦੱਸਣਾ ਹੋਵੇ ਕਿ ਜੇ ਤੁਸੀਂ ਫਲਾਣੇ ਬੰਦਿਆਂ ਨੂੰ ਵੋਟ ਦੇਤੀ, ਫਲਾਣੀ ਪਾਰਟੀਆਂ ਨੂੰ ਅੱਗੇ ਲਿਆਏ ਤਾਂ ਤੁਹਾਡੇ ਜਾਨ ਮਾਲ ਦਾ ਖਤਰਾ ਪੈਦਾ ਹੋ ਸਕਦਾ, ਅਸੀਂ ਹੀ ਆ ਤੁਹਾਡੀ ਰੱਖਿਆ ਕਰਨ ਵਾਲੇ। ਉਹ ਚੀਜ਼ ਨੂੰ ਮੁੱਖ ਰੱਖ ਕੇ ਰਾਜਨੀਤਿਕ ਦਲ ਜਿਹੜੇ ਉਹ ਸਿਆਸੀ ਖੇਡ ਖੇਡਦੇ ਨੇ ਔਰ ਬਹੁਤ ਜ਼ਿਆਦਾ ਸਫਲ ਵੀ ਹੋ ਜਾਂਦੇ ਨੇ। ਆਪਸ ਵਿੱਚ ਲੋਕਾਂ ਦਾ ਟਕਰਾਅ ਆਪਾਂ ਦੇਖੀਏ ਚੋਣਾਂ ਦੇ ਵਿੱਚ, ਭਰਾ ਜਿਹੜਾ ਭਰਾ ਦਾ ਕਤਲ ਤੱਕ ਕਰ ਦਿੰਦਾ ਹੈ, ਇੱਕ ਦੂਜੇ ਦੇ ਵਿਰੋਧੀ ਹੋ ਜਾਂਦੇ ਨੇ, ਸਮਾਜਿਕ ਰਿਸ਼ਤੇ ਖਤਮ ਹੋ ਜਾਂਦੇ ਨੇ। ਉਹ ਪਰ ਇਹਨਾਂ ਦੀ ਆਪਸੀ ਸਾਂਝ ਬਣੀ ਰਹਿੰਦੀ ਹੈ ਰਾਜਨੀਤਿਕ ਦਲਾਂ ਦੀ। ਸੋ ਏਦਾਂ ਦੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਏਦਾਂ ਦਾ ਕ੍ਰੀਏਟ ਕੀਤਾ ਜਾਂਦਾ ਮਾਹੌਲ, ਜਿੱਦਾਂ ਪੰਜਾਬ ਦੇ ਵਿੱਚ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੀ ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਹਰਿਆਣਾ ਦੇ ਵਿੱਚ ਵੀ ਕ੍ਰੀਏਟ ਕੀਤਾ ਜਾ ਰਿਹਾ, ਜਿਹਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਵੀ ਕੀ ਹੋ ਜਾਏਗਾ। ਕਿਤੇ ਡੰਡਾ ਚਲਾਇਆ ਜਾਂਦਾ, ਡਾਂਗਾਂ ਬਰਸਾਈਆਂ ਜਾਂਦੀਆਂ ਨੇ ਤੇ ਕਿਤੇ ਆਪਾਂ ਕਹਿ ਲਓ ਦੂਜੇ ਦੇ ਉੱਤੇ ਦੋਸ਼ ਦਿਆ ਜਾਂਦਾ ਕਿ ਇਹ ਬੰਦੇ ਲਿਆ ਕੇ ਬਾਹਰੋਂ ਬੰਦੇ ਲਿਆ ਕੇ ਇੱਥੇ ਹੜਦੰਗ ਮਚਾ ਰਹੇ ਨੇ ਜਾਂ ਇੱਥੇ ਲੋਕਾਂ ਲਈ ਖਤਰਾ ਪੈਦਾ ਹੋ ਰਹੇ ਨੇ। ਸੋ ਉਹ ਚੀਜ਼ ਹੁੰਦੀ ਹੈ ਜਿਹੜੀ ਕ੍ਰੀਏਟ ਕੀਤੀ ਜਾਂਦੀ ਹੁੰਦੀ ਹੈ, ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਖੜਾ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਇੱਕ ਵਸੀਲਾ ਕਹਿ ਲਓ ਇਹ ਹੁੰਦਾ ਹੈ। ਤੇ ਰਾਕੇਸ਼ ਟਕੈਤ ਦਾ ਜਿਹੜਾ ਇੱਕ ਖਦਸ਼ਾ ਆ ਉਹ ਕਿਤੇ ਨਾ ਕਿਤੇ ਸੱਚਾਈ ਦੇ ਨੇੜੇ ਲੱਗਦਾ ਆ
ਜੇ ਉਹਨਾਂ ਨੇ ਕੁਝ ਦੇਖਿਆ ਹੋਊ, ਕੁਝ ਭਾਂਪਿਆ ਹੋਊਗਾ ਤਾਂ ਹੀ ਇਦਾਂ ਦੀ ਗੱਲ ਕਰ ਰਹੇ ਆ। ਉਹ ਕਹਿੰਦੇ ਸਰਕਾਰੀ ਤਾਲਿਬਾਨ ਹੈ ਜਿਹੜਾ ਉਹ ਦੇਸ਼ ਦੇ ਵਿੱਚ ਐਂਟਰ ਕਰ ਚੁੱਕਿਆ। ਜਿਹੜਾ ਤੁਸੀਂ ਦੇਖਿਆ ਇਹ ਹਿੰਦੂਤਵ ਦਾ ਮੁੱਦਾ ਆ ਜੀ, ਇੱਕ ਭਾਈਚਾਰੇ ਨੂੰ ਨਾਲ ਲੈ ਕੇ ਜਾਂ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਜਾਂ ਇੱਕ ਪਾਰਟਿਕੂਲਰ ਨਾਂ ਨੂੰ ਲੈ ਕੇ ਜੋ ਰਾਜਨੀਤੀ ਹੁੰਦੀ ਹੈ ਤਾਂ ਦੂਜੀਆਂ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ, ਦੂਜੇ ਭਾਈਚਾਰਾ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਵੀ ਖਤਰਾ ਪੈਦਾ ਹੋ ਜਾਂਦਾ, ਉਹਨਾਂ ਦੇ ਵਿੱਚ ਵੀ ਸਹਿਮ ਬਣ ਜਾਂਦਾ ਹੈ। ਤੇ ਜਿਸ ਦਾ ਨਾਂ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੁੰਦੀ ਹੈ ਉਹਨੂੰ ਐਂ ਲੱਗਦਾ ਕਿ ਇਹੀ ਸਾਡੇ ਲਈ ਬਹੁਤ ਸੁਰੱਖਿਆ ਪ੍ਰਦਾਨ ਕਰ ਸਕਦੇ ਨੇ, ਇਹੀ ਸਾਡੇ ਲਈ ਸਹੂਲਤਾਂ ਦੇ ਸਕਦੇ ਨੇ, ਇਹੀ ਸਾਡੇ ਨਾਲ ਖੜ ਸਕਦੇ ਨੇ। ਸੋ ਉਹ ਮਾਹੌਲ ਹੈ ਜਿਹੜਾ ਉਹ ਦੇਸ਼ ਦੇ ਵਿੱਚ ਇਦਾਂ ਦਾ ਪਨਪ ਰਿਹਾ ਹੈ, ਇਹ ਕਿਤੇ ਨਾ ਕਿਤੇ ਖਤਰਨਾਕ ਸਾਬਤ ਵੀ ਹੋ ਸਕਦਾ ਜੀ। ਅੱਛਾ ਪਰਮਿੰਦਰ ਜੀ, ਇੱਕ ਚੀਜ਼ ਹੋਰ ਹੈ, ਹਰੀਸ਼ ਰਾਵਤ ਹੋਰੀ ਵੱਖ-ਵੱਖ ਸਮੇਂ ਤੇ ਪੰਜਾਬ ਆਉਂਦੇ ਰਹਿੰਦੇ ਆ, ਕਦੇ ਸਿੱਧੂ ਸਾਹਿਬ ਨਾਲ, ਕਦੇ ਕੈਪਟਨ ਨਾਲ, ਕਦੇ ਸਿੱਧੂ ਦੇ ਸਲਾਹਕਾਰਾਂ ਦੇ ਨਾਲ ਜਿਹੜੀ ਮੀਟਿੰਗ ਕਰਦੇ ਆ, ਪਰ ਉਹਨਾਂ ਦੇ ਬਿਆਨ ਖੁਦ ਉਹਨਾਂ ਤੇ ਭਾਰੂ ਪੈਂਦੇ ਹੋਏ ਦਿਖਾਈ ਦੇ ਰਹੇ ਆ। ਬੀਤੇ ਦਿਨਾਂ ਦੇ ਵਿੱਚ ਜਦੋਂ ਕੈਪਟਨ ਦੀ ਅਗਵਾਈ ਵਾਲਾ ਬਿਆਨ ਸੀ ਉਹ ਵਾਪਸ ਲੈਣਾ ਪਿਆ, ਤੇ ਕੱਲ ਜਿਹੜਾ 5 ਪਿਆਰਿਆਂ ਵਾਲਾ ਬਿਆਨ ਦਿੱਤਾ ਸੀ ਸਿੱਧੂ ਸਾਹਿਬ ਤੇ ਉਹਨਾਂ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਸਨ, ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ 5 ਪਿਆਰੇ ਨੇ, ਤੇ ਹੁਣ ਉਸ ਬਿਆਨ ਤੋਂ ਵੀ ਉਹ ਪਲਟ ਗਏ ਨੇ। ਤੇ ਉਸ ਬਿਆਨ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਹੈ ਕਿ ਇਸ ਤਰ੍ਹਾਂ ਦਾ ਗਲਤੀ ਨਾਲ ਕਿਹਾ ਗਿਆ, ਜਾਂ ਜਾਣ ਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਭੜਕਾਉਣ ਦਾ ਉਹਨਾਂ ਦਾ ਕੋਈ ਮਕਸਦ ਨਹੀਂ ਸੀ। ਤੁਸੀਂ ਇਸ ਮੌਕੇ ਹਰੀਸ਼ ਰਾਵਤ ਦੇ ਇਸ ਬਿਆਨ ਨੂੰ ਤੇ ਇਸ ਪ੍ਰਤੀਕਿਰਿਆਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਜਿਹੜਾ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੂੰਗਾ, ਜਿਹੜਾ ਸਿੱਖ ਭਾਈਚਾਰਾ ਹੈ ਨਾ ਪੰਜਾਬ ਦੇ ਵਿੱਚ ਜ਼ਿਆਦਾ ਆ, ਤੇ ਬਾਰ-ਬਾਰ ਤੁਸੀਂ ਦੇਖੋ ਕਿ ਇਸ ਦੇ ਉੱਤੇ ਹੀ ਅਟੈਕ ਕਿਉਂ ਹੁੰਦਾ ਹੈ। ਕਿਸੇ ਨਾਲ ਕੋਈ ਵੀ ਬਿਆਨ ਦੇ ਦੇਵੇ, ਉਹ ਸਿੱਖ ਭਾਈਚਾਰੇ ਨੂੰ ਮੁੱਖ ਰੱਖ ਕੇ ਗੁਰੂ ਸਾਹਿਬਾਨਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, 5 ਪਿਆਰਿਆਂ ਨੂੰ, ਕਦੇ ਕਿਰਪਾਨ ਨੂੰ, ਕਦੇ ਅੰਮ੍ਰਿਤ ਨੂੰ, ਕਦੇ ਕੁਛ ਇਹ ਸਿਆਸੀ ਹੋਣ ਜਾਂ ਚਾਹੇ ਗੁਰਦਾਸ ਮਾਨ ਦਾ ਰੌਲਾ ਸੀ, ਚਾਹੇ ਆ ਸਿਆਸੀ ਲੀਡਰ ਹੋ ਗਏ, ਕਿਤੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ, ਕਿਤੇ ਕਹਦੇ ਖੜ ਕੇ ਜਿਵੇਂ ਸੁਖਬੀਰ ਬਾਦਲ ਕਹਿੰਦਾ ਕਿ ਉਹਦਾ ਕੱਖ ਨਾ ਰਹੇ, ਕਿ ਕੁਛ ਏਦਾਂ ਦਾ। ਜਦ ਜਾਣੀ ਕਿ ਜਿਹੜਾ ਸਿੱਖ ਧਰਮ ਹੈਗਾ ਤਾਂ ਜੋ ਵੀ ਹੈ ਸਿੱਖ ਕੌਮ ਕਹਿ ਲਓ, ਇਹਨੂੰ ਟਾਰਗੇਟ ਕਿਉਂ ਬਣਾਇਆ ਜਾਂਦਾ ਹੈ? ਕਿਸੇ ਹੋਰ ਪ੍ਰਤੀ ਕਿਉਂ ਨਹੀਂ ਗੱਲ ਕਰੀ ਜਾਂਦੀ? ਇਹ ਬਹੁਤ ਵੱਡਾ ਸਵਾਲ ਹੈ। ਬਾਅਦ ਦੇ ਵਿੱਚ ਮਾਫੀ ਮੰਗ ਲੈਣੀ, ਜੇ ਜਵਾਨ ਸਲਿੱਪ ਕਰਦੀ ਹੈ ਤੁਹਾਡੀ ਸਿੱਖ ਧਰਮ ਦੇ ਉੱਤੇ ਹੀ ਆ ਕੇ ਕਰਦੀ ਹੈ, ਇੱਥੇ ਹੀ ਆ ਕੇ ਟੁੱਚਰ ਫਸਾਉਣ ਨੂੰ, ਟੰਗ ਫਸਾਉਣ ਵਾਸਤੇ ਹੀ ਤੁਹਾਡੀਆਂ ਜ਼ਬਾਨਾਂ ਫਿਸਲਦੀਆਂ ਨੇ। ਤੇ ਜਿਨ੍ਹਾਂ ਨੂੰ ਤੁਸੀਂ ਆ 5 ਪਿਆਰਿਆਂ ਦਾ ਨਾਂ ਦਿੱਤਾ ਹੈ, ਉਹਨਾਂ ਦੀ ਸ਼ਕਲਾਂ ਦੇਖੀਆਂ ਨੇ 5 ਪਿਆਰਿਆਂ ਦੀ। ਚਲੋ ਜਿਹੜੀ ਮਰਿਆਦਾ ਹੈਗੀ ਹੈ ਅਸੀਂ ਉਸ ਤਹਿਤ ਗੱਲ ਕਰ ਰਹੇ ਹਾਂ। ਜੋ ਮਰਿਆਦਾ ਹੈਗੀ ਆ, ਜੋ ਪ੍ਰਚਲਿਤ ਹੈਗੀ ਆ, ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਮੰਨਿਆ ਜਾਂਦਾ ਹੈ ਕਿ ਇਹ ਮਰਿਆਦਾ ਹੈਗਾ। ਇੱਦਾਂ ਦੇ 5 ਪਿਆਰੇ ਸੀਗੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀਗਾ, ਤੇ ਸਾਬਤ ਸੂਰਤ ਸੀਗੇ, ਤੇ ਜਿਨ੍ਹਾਂ ਨੂੰ ਤੁਸੀਂ ਜਾ ਕੇ 5 ਪਿਆਰਿਆਂ ਦਾ ਨਾਂ ਲੈ ਰਹੇ ਹੋ ਜਾਂ ਰੁਤਬਾ ਦੇ ਰਹੇ ਹੋ, ਠੀਕ ਹੈ, ਉਹਨਾਂ ਦੀਆਂ ਸ਼ਕਲਾਂ ਦੇਖੀਆਂ ਨੇ। ਉਹ 150 ਖੰਮਣੀ ਬੰਨਣ ਵਾਲੇ ਬੰਦਾ ਨਵਜੋਤ ਸਿੰਘ ਸਿੱਧੂ, ਉਹ 5 ਪਿਆਰਿਆਂ ਦੀ ਨਾਲ ਤੁਲਨਾ ਕਰਤੀ ਤੁਸੀਂ। ਤੁਹਾਨੂੰ ਪਤਾ 5 ਪਿਆਰੇ ਕੌਣ ਹੁੰਦੇ ਨੇ? ਇੱਕ ਤਾਂ ਨੌਲੇਜ ਨਹੀਂ ਹੁੰਦੀ, ਨੌਲੇਜਹੀਣ ਹੁੰਦਾ ਬੰਦਾ, ਉਹਦੇ ਬਾਰੇ ਪਤਾ ਕੁਝ ਨਹੀਂ ਹੁੰਦਾ, ਤੇ ਚੱਕ ਕੇ ਬਿਆਨ ਦੇ ਮੂੰਹ ਚੱਕ ਕੇ ਬਿਆਨ ਦੇ ਕੇ ਲੋਕ ਖਲਵਾੜ ਕਰਦੇ ਆ। ਜਾਣ ਬੁੱਝ ਕੇ ਖਲਵਾੜ ਕਰਾਇਆ ਜਾਂਦਾ ਹੈ। ਇਹ ਕਿਸੇ ਨਾ ਕਿਸੇ ਤਰੀਕੇ ਲਿਆ ਕੇ ਉਸ ਚੀਜ਼ ਨੂੰ ਮੂਹਰੇ ਰੱਖ ਕੇ ਕਿਤੇ ਨਾ ਕਿਤੇ ਕੋਈ ਫਾਇਦਾ ਲੈਣਾ ਹੁੰਦਾ ਇਹਨਾਂ ਨੇ, ਕਿਉਂਕਿ ਟਾਰਗੇਟ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਜ਼ਿਆਦਾ ਹੈ, ਉਸੇ ਤੋਂ ਟਾਰਗੇਟ ਕੀਤਾ ਜਾਂਦਾ। ਕੱਲਾ ਪੰਜਾਬ ਨਹੀਂ, ਜਿੱਥੇ ਵੀ ਕਿਤੇ ਵਸਦੀ ਆ ਉਹ ਇਹੀ ਉਹਨਾਂ ਨੂੰ ਖਤਰਾ ਪੈਦਾ, ਇਹਨੂੰ ਖਤਰਾ ਮੰਨੀ ਜਾਂਦੇ ਨੇ। ਇੱਕ ਪਾਸੇ ਰੱਖਿਅਕ ਮੰਨਦੇ ਨੇ, ਇੱਕ ਪਾਸੇ ਕਹਿੰਦੇ ਨੇ ਜੇ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਹੈਗਾ ਤਾਂ ਸਾਨੂੰ ਦੇਸ਼ ਨੂੰ ਖਤਰਾ ਨਹੀਂ, ਸਰਹੱਦਾਂ ਤੇ ਲੜ ਰਹੇ ਨੇ, ਸਰਹੱਦਾਂ ਦੀ ਰਾਖੀ ਕਰਦੇ ਨੇ, ਤੇ ਉਹਨਾਂ ਦੀ ਸ਼ਹੀਦੀਆਂ ਦੀਆਂ, ਉਹਨਾਂ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਦੀਆਂ ਮਿਸਾਲਾਂ ਦਈਆਂ ਜਾਂਦੀਆਂ ਨੇ। ਤੇ ਦੂਜੇ ਪਾਸੇ ਇਹਨਾਂ ਨੂੰ ਖਤਮ ਕਰਿਆ ਜਾਂਦਾ ਹੈ ਵੀ ਜੇ ਤੁਹਾਡੇ ਰੱਖਿਅਕ ਨੇ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸੁਰੱਖਿਆ ਆਪਣੇ ਮੋਢਿਆਂ ਤੇ ਚੱਕਦੇ ਨੇ ਇਹ, ਜੇ ਤੁਹਾਨੂੰ ਲੱਗਦਾ ਕਿ ਕੁਰਬਾਨੀਆਂ ਦਿੰਦੇ ਨੇ, ਸ਼ਹੀਦੀਆਂ ਪਾਉਂਦੇ ਨੇ, ਮੂਹਰੇ ਅੜਦੇ ਨੇ ਜ਼ੁਲਮ ਦੇ, ਫਿਰ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖਣਾ ਸੀ। ਬਜਾਏ ਇਹਦੇ ਕਿ ਸਾਂਭ ਕੇ ਰੱਖੋ, ਤੁਸੀਂ ਉਲਟਾ ਇਹਨਾਂ ਦੇ ਉੱਤੇ ਹੀ ਕੋਈ ਕਦੇ ਕੇਸ ਦਰਜ ਕਰਦੇ, ਚੱਕ ਕੇ ਜੇਲ੍ਹਾਂ 'ਚ ਸੁੱਟ ਗਿਆ, ਕਾਲੀਆਂ ਸੂਚੀਆਂ ਤਿਆਰ ਕੀਤੀਆਂ ਹੋਈਆਂ ਨੇ, ਇਹਨਾਂ ਦੇ ਉੱਤੇ ਹੀ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ, ਇਹਨਾਂ ਨੂੰ ਟਾਰਗੇਟ ਬਣਾਉਂਦੇ ਹੋ, ਇਹਨਾਂ ਦਾ ਮਜ਼ਾਕ ਉਡਾਉਂਦੇ ਹੋ, ਤੇ ਇਹਨਾਂ ਨੂੰ ਖਤਮ ਕਰਨ ਦੀ ਸਾਜ਼ਿਸ਼ਾਂ ਘੜਾਈ ਜਾਂਦੇ ਹੋ। ਇਹ ਸਮਝ ਤੋਂ ਬਾਹਰ ਆ।
ਇਹਨਾਂ ਲੋਕਾਂ ਨੂੰ ਸਾਡੀ ਵੀ ਇਹ ਘਾਟ ਹੈ ਜੇ ਐਸਜੀਪੀਸੀ ਬਣੀ ਹੋਈ ਹੈ ਜਾਂ ਪੰਥਕ ਕਹਾਉਣ ਵਾਲੀਆਂ ਇੱਥੇ ਬਣੀਆਂ ਹੋਈਆਂ ਨੇ ਪਾਰਟੀਆਂ ਜਾਂ ਹੋਰ ਜਥੇਬੰਦੀਆਂ ਨੇ ਜਿਹੜੇ ਡਮਰੂ ਖੜਕਾਈ ਜਾਂਦੇ ਨੇ, ਆਪਣਾ ਡਫਲੀ ਵਜਾਈ ਜਾਂਦੇ ਨੇ, ਅਲੱਗ-ਅਲੱਗ ਕਿੰਨੀਆਂ ਹੀ ਜਥੇਬੰਦੀਆਂ ਨੇ, ਉਹ ਕੋਈ ਐਕਸ਼ਨ ਹੀ ਨਹੀਂ ਲੈਂਦਾ। ਕੋਈ ਕੁਝ ਕਹਿ ਦੇ, ਮਾਫੀ ਮੰਗ ਜੇ, ਮੁੜ ਕੇ ਬਸ ਸਤਿ ਸ੍ਰੀ ਅਕਾਲ ਹੈ ਜੀ। ਕਿਸੇ ਤੇ ਕੋਈ ਐਕਸ਼ਨ ਲਿਆ ਹੋਵੇ, ਕਿਸੇ ਨੂੰ ਅੰਦਰ ਡੱਕਿਆ ਹੋਵੇ ਵੀ ਹਾਂ ਆਹ ਦੇਖੋ ਅਸੀਂ ਕੇਸਾਂ ਦੀ ਪੈਰਵਾਈ ਕਰਕੇ, ਪੈਸਾ ਥੋੜਾ ਇਹਨਾਂ ਕੋਲ, ਜਥੇਬੰਦੀਆਂ ਕੋਲ ਕਿਤੇ ਪੈਸਾ ਥੋੜਾ, ਕਿੰਨੇ ਹੀ ਅਕਾਲੀ ਦਲ ਤੁਰੇ ਫਿਰਦੇ ਨੇ, ਕਾਹਦੇ ਲਈ ਤੁਰੇ ਫਿਰਦੇ ਨੇ, ਕਿਸ ਚੀਜ਼ ਲਈ ਇਹਨਾਂ ਨੇ ਬਣਾਈਆਂ ਨੇ ਇਹ ਜਥੇਬੰਦੀਆਂ ਜਾਂ ਅਕਾਲੀ ਦਲ ਕਿਵੇਂ ਬਣਾਏ ਨੇ ਇਹਨਾਂ ਨੇ, ਕੌਣ ਅੱਗੇ ਆਊਗਾ? ਐਸਜੀਪੀਸੀ ਦਾ ਕੰਮ ਕੀ ਹੈ? ਜਣਾ ਖਣਾ ਉੱਠ ਕੇ ਆ ਕੇ ਮੂੰਹ ਚੱਕ ਕੇ ਕੋਈ ਸਿੱਖ ਧਰਮ ਬਾਰੇ ਬੋਲ ਕੇ ਲੋਕਾਂ ਨੂੰ ਐ ਕਹਿ ਲਓ ਉਹਨਾਂ ਨਾਲ ਖਲਵਾੜ ਕਰ ਜਾਂਦਾ, ਮੁੜ ਕੇ ਮਾਫੀ ਮੰਗ ਕੇ 2 ਦਿਨ ਬਾਅਦ ਆਰਾਮ ਨਾਲ ਘਰੇ ਬਹਿ ਜਾਂਦਾ। ਸੋ ਜ਼ਰੂਰਤ ਇਹ ਸੀ ਕਿ ਇਹ ਸਾਰੀਆਂ ਜਥੇਬੰਦੀਆਂ ਜਾਂ ਇਹ ਆਪਣਾ ਪਰਪਸ ਕਲੀਅਰ ਕਰਨ ਕਿ ਪੰਥਕ ਹੈਗੀਆਂ ਨੇ ਤਾਂ ਪੰਥਕ ਕਿਹੜੇ ਮਸਲੇ ਇਹਨਾਂ ਨੇ ਵਿਚਾਰੇ ਨੇ ਤੇ ਐਸਜੀਪੀਸੀ ਦਾ ਕੰਮ ਕੀ ਹੈ, ਜਾਂ ਫਿਰ ਇਹਨਾਂ ਤੇ ਕਾਰਵਾਈਆਂ ਕਰਨ ਇਹ। ਤੇ ਦੂਜੀ ਗੱਲ ਜਿਹੜੀ ਤੁਸੀਂ ਸਵਾਲ ਦੂਜਾ ਵੀ ਸੀ ਕਿ ਲਗਾਤਾਰ ਪੰਜਾਬ ਦੇ ਵਿੱਚ ਆ ਰਿਹਾ ਹਰੀਸ਼ ਰਾਵਤ ਹੁਣ ਬੈਕਫੁੱਟ ਤੇ ਆਇਆ, ਮਜਬੂਰ ਕੀਤਾ ਗਿਆ ਬੈਕਫੁੱਟ ਤੇ ਆਉਣ ਨੂੰ। ਅਸਲੋਂ ਕਮਾਂਡ ਤਾਂ ਸੋਨੀਆ ਪਰਿਵਾਰ ਚੋਂ ਆ ਰਹੀ ਹੈ ਤੇ ਹੁਣ ਜਿਹੜਾ ਬੈਕਫੁੱਟ ਤੇ ਉਹਨੂੰ ਆਉਣ ਲਈ ਮਜਬੂਰ ਕਰਤਾ। ਇੱਕ ਮੋਹਰੇ ਵਾਂਗੂ ਵਰਤਿਆ ਜਾ ਰਿਹਾ, ਮੋਹਰੇ ਵਾਂਗੂ ਰੱਖਿਆ ਗਿਆ ਤੇ ਵਰਤਿਆ ਵੀ ਜਾ ਰਿਹਾ। ਹੁਣ ਮੁਹੰਮਦ ਮੁਸਤਫਾ ਨਾਲ ਵੀ ਇਹਨਾਂ ਦੀ ਮੀਟਿੰਗ ਹੋਈ ਹੈ, ਕੱਲ 2 ਘੰਟੇ ਸਿੱਧੂ ਨਾਲ ਹੋਈ ਸੀ, ਹੁਣ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਾ ਹੈਗਾ। ਤੇ ਲਗਾਤਾਰ ਦੌਰ ਜਿਹੜਾ ਚੱਲ ਰਿਹਾ ਮੀਟਿੰਗਾਂ ਦਾ, ਪਤਾ ਨਹੀਂ ਕਿਸੇ ਤਣ ਪੱਤਣ ਲੱਗਣੀ ਹੈ ਜਾਂ ਨਹੀਂ ਲੱਗਣੀ। ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਇਹਨਾਂ ਨੇ ਮੁੱਦੇ ਖੋਤੇ ਆ ਤੇ ਮੁੱਦੇ ਜਿਹੜੇ ਹੈਗੇ ਪੰਜਾਬ ਦੇ ਜਿਉਂ ਦੇ ਤਿਉਂ ਬਣੇ ਹੋਏ ਆ। ਹਰੀਸ਼ ਰਾਵਤ ਦਾ ਦੌਰਾ ਕਿਹੜਾ ਮੁੱਦੇ ਸੋਲਵ ਕਰ ਦੂਗਾ? ਇਹ ਤਾਂ ਇਹਨਾਂ ਦੀ ਆਪਸੀ ਜਿਹੜੇ ਕਾਟੋ ਕੋਲੇ ਸੀ, ਕਹ ਲੋ ਲੜਾਈ ਝਗੜਾ ਜਿਹੜਾ ਉਹਨੂੰ ਖਤਮ ਕਰਨ ਦੇ ਲਈ ਆ ਰਹੇ ਹੈ ਜੀ। ਪਰਮਿੰਦਰ ਜੀ, ਇੱਕ ਚੀਜ਼ ਹੋਰ ਹੈ ਕਿ ਕਿਸਾਨ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ, ਵੱਖ-ਵੱਖ ਰਾਜਨੀਤਿਕ ਆਗੂਆਂ ਦਾ ਵਿਰੋਧ ਵੀ ਜਤਾਇਆ ਜਾ ਰਿਹਾ। ਅੱਜ ਬਿਕਰਮ ਮਜੀਠੀਆ ਹੋਰਾਂ ਦਾ ਵਿਰੋਧ ਕੀਤਾ ਗਿਆ ਤੇ ਬੀਤੇ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੁਹਿੰਮ ਚੱਲ ਰਹੀ ਹੈ ਉਸ ਦਾ ਕਈ ਥਾਵਾਂ ਤੇ ਵਿਰੋਧ ਹੋਇਆ ਤੇ ਬੀਤੇ ਕੱਲ ਮਾਛੀਵਾੜਾ ਦੇ ਵਿੱਚ ਜਿਹੜਾ ਵਿਰੋਧ ਹੋਇਆ ਸੀ, ਉਸ ਤੋਂ ਬਾਅਦ ਜਿਹੜੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਤੇ ਭਾਵੇਂ ਇਹ ਕਿਹਾ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਰਕਰ ਸਨ, ਪਰ ਨਾਲ ਦੀ ਨਾਲ ਅਕਾਲੀ ਦਲ ਦਾ ਇੱਕ ਬਿਆਨ ਹੋਰ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ, ਨਾ ਕਿ ਕਿਸਾਨ ਨੇ, ਤੇ ਕਿਸਾਨਾਂ ਦੇ ਰੂਪ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਕੰਮ ਕਰ ਰਹੇ ਨੇ। ਪਰਚਾ ਦਰਜ ਹੋਣਾ ਤੇ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ, ਇਹਦਾ ਜਿਵੇਂ ਭਾਜਪਾ ਲਗਾਤਾਰ ਕਿਸਾਨਾਂ ਦੇ ਉੱਤੇ ਇਲਜ਼ਾਮ ਲਾਉਂਦੀ ਆ ਰਹੀ ਹੈ ਨਾ, ਉਸੇ ਦਾ ਇੱਕ ਹਿੱਸਾ ਜਿਹਾ ਲੱਗ ਰਿਹਾ ਹੈ ਕਿ ਜਿਹੜੇ ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ, ਸੁਖਬੀਰ ਸਿੰਘ ਬਾਦਲ ਹੋਣਾ ਦਾ ਜਾਂ ਬਿਕਰਮ ਸਿੰਘ ਮਜੀਠੀਆ ਦਾ ਵਿਰੋਧ ਕਰਦੇ ਨੇ, ਉਹ ਉਹਨਾਂ ਨੂੰ ਦੇ ਵਿੱਚ ਦੇਖੋ ਕੋਈ ਨਾ ਬੰਦਾ ਕੋਈ ਨਾ ਕਿਸੇ ਰਾਜਨੀਤਿਕ ਦਲ ਨਾਲ ਤਾਂ ਜੁੜਿਆ ਹੀ ਹੋਇਆ। ਐਵੇਂ ਤਾਂ ਲੋਕ ਰਾਜਨੀਤਿਕ ਦਲਾਂ ਨੂੰ ਰਾਜਨੀਤਿਕ ਬੰਦਿਆਂ ਨੂੰ ਵੋਟਾਂ ਤਾਂ ਪੈਂਦੀਆਂ ਨਹੀਂ ਏਦਾਂ। ਜੇ ਸਾਰੇ ਨਿਊਟਰਲ ਹੋ ਕੇ ਵੋਟ ਪਾ ਦਿੰਦੇ ਨੇ ਫਿਰ ਤਾਂ ਸਮੀਕਰਨ ਹੋਰ ਹੁੰਦੇ। ਕਿਸਾਨ ਹੋਣਾ ਅਲੱਗ ਚੀਜ਼ ਹੈ, ਕਿਸੇ ਰਾਜਨੀਤਿਕ ਦਲ ਨਾਲ ਜੁੜੇ ਹੋਣਾ ਅਲੱਗ ਚੀਜ਼ ਹੈ। ਉਹ ਬੰਦਾ ਅਕਾਲੀ ਦਲ ਨਾਲ ਵੀ ਜੁੜਿਆ ਹੋ ਸਕਦਾ ਹੈ, ਕਾਂਗਰਸ ਨਾਲ ਵੀ ਹੋ ਸਕਦਾ ਹੈ, ਆਮ ਆਦਮੀ ਪਾਰਟੀ ਨਾਲ ਜਾਂ ਬੀਐਸਪੀ ਨਾਲ ਜਾਂ ਹੋਰ ਪਾਰਟੀਆਂ ਨਾਲ ਵੀ ਹੋ ਸਕਦਾ, ਭਾਜਪਾ ਨਾਲ ਵੀ ਜੁੜੇ ਹੋ ਸਕਦੇ ਆ ਕੁਝ ਬੰਦੇ। ਲੇਕਿਨ ਕਿਸਾਨੀ ਮੁੱਦੇ ਦੇ ਉੱਤੇ ਤਾਂ ਉਹ ਇਕੱਠੇ ਨੇ ਨਾ, ਇਹ ਮੁੱਦੇ ਕਰਕੇ ਇਕੱਠੇ ਹੋਏ ਨੇ, ਇਹ ਵਿਰੋਧ ਕਰਨ ਲਈ ਨਹੀਂ ਇਕੱਠੇ ਹੋਏ। ਇਹਨਾਂ ਦਾ ਜਿਹੜੇ ਲੋਕ ਅੱਜ ਸੰਘਰਸ਼ ਕਰ ਰਹੇ ਨੇ, ਅੰਦੋਲਨ ਕਰ ਰਹੇ ਨੇ, ਜਿਹੜੇ ਲੋਕ ਜਾ ਕੇ ਘੇਰ ਰਹੇ ਨੇ ਤੁਹਾਨੂੰ, ਉਹ ਮੁੱਦੇ ਕਰਕੇ ਘੇਰ ਰਹੇ ਨੇ, ਕਿਸੇ ਪਾਰਟੀ ਕਰਕੇ ਨਹੀਂ ਘੇਰ ਰਹੇ। ਪਾਰਟੀਆਂ ਦੇ ਤਾਂ ਸਾਰੀਆਂ ਦੇ ਬੰਦੇ ਨੇ ਉੱਥੇ, ਜੁੜੇ ਤਾਂ ਹੋਏ ਹੀ ਨੇ ਉਹ ਕਿਸੇ ਨਾਲ। ਜੇ ਤੁਸੀਂ ਕਹੋਗੇ ਕਿ ਫਲਾਣੀ ਪਾਰਟੀ ਦੇ ਹੀ ਬੰਦੇ ਨੇ ਤਾਂ ਫਿਰ ਇਹਦਾ ਮਤਲਬ ਕਿਸਾਨ ਤਾਂ ਹੈ ਹੀ ਨਹੀਂ ਉੱਥੇ। ਫਿਰ ਤਾਂ ਭਾਜਪਾ ਕਹਿੰਦੇ ਖੁਦ ਸੁਖਬੀਰ ਬਾਦਲ ਕਹਿੰਦੇ ਰਿਹਾ ਕਿ ਸਾਡੇ ਵੱਡੀ ਗਿਣਤੀ ਦੇ ਵਿੱਚ ਵਰਕਰ ਨੇ। ਹਾਂ, ਤੁਸੀਂ ਕਿਹੜਾ ਨਹੀਂ ਕਿਹਾ? ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਅੰਦੋਲਨ ਦੇ ਵਿੱਚ ਅਸੀਂ ਬਹੁਤ ਬੰਦੇ ਭੇਜੇ ਆ, ਤੇ ਤੁਸੀਂ ਕਿਉਂ ਭੇਜੇ? ਫਿਰ ਅਕਾਲੀ ਦਲ ਨਾਲ ਜੁੜੇ ਹੋਏ ਬੰਦੇ ਭੇਜੇ ਹੋਣਗੇ ਤਾਂ ਫਿਰ ਤੁਸੀਂ ਕਿਉਂ ਭੇਜੇ? ਜੇ ਅੱਜ ਵਿਰੋਧ ਕਰ ਰਹੇ ਨੇ ਲੋਕ ਤੁਹਾਡਾ ਤਾਂ ਤੁਸੀਂ ਪਾਰਟੀਆਂ ਨਾਲ ਜੋੜਤੇ। ਇਹ ਮਤਲਬ ਮਜ਼ਾਕ ਬਣਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੁੜੇ ਤਾਂ ਹੁੰਦੇ ਹੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਭਾਜਪਾ ਦੇ ਬੰਦੇ ਵੀ ਵਿਰੋਧ ਕਰ ਰਹੇ ਨੇ। ਭਾਜਪਾ ਦਾ ਬੰਦਾ ਹੁਣ ਆਗੂ ਅਨਿਲ ਜੋਸ਼ੀ, ਉਹਨਾਂ ਦਾ ਲੀਡਰ, ਤੇ ਉਹ ਕਿਸਾਨੀ ਮੁੱਦੇ ਤੋਂ ਲੈ ਕੇ ਰਿਜ਼ਾਈਨ ਕਰਕੇ ਬੈਠ ਗਿਆ, ਪਾਰਟੀ ਛੱਡ ਗਿਆ। ਚਾਹੇ ਉਹਦੇ ਪਿੱਛੇ ਦੇ ਜੋ ਵੀ ਹੋਣ ਉਹਦੇ ਕਾਰਨ ਮਕਸਦ ਕੁਛ ਹੋਰ ਵੀ ਹੋ ਸਕਦਾ, ਇਹ ਨਹੀਂ ਆਪਾਂ ਕਹਿੰਦੇ, ਲੇਕਿਨ ਉਹਨੇ ਮੁੱਦਾ ਤਾਂ ਬਣਾਇਆ ਨਾ ਕਿ ਕਿਸਾਨੀ ਮੁੱਦੇ ਕਰਕੇ ਮੈਂ
ਕਾਨੂੰਨਾਂ ਕਰਕੇ ਮੈਂ ਪਾਰਟੀ ਛੱਡਤੀ, ਜੀ ਉਹਨੂੰ ਤੁਸੀਂ ਕੀ ਕਹੋਗੇ ਫਿਰ? ਇਹ ਨਹੀਂ ਗੱਲ ਹੁੰਦੀ, ਇਹ ਸਿਰਫ ਬੇਤੁਕੇ ਬਿਆਨ ਨੇ, ਇਹ ਆਪਣਾ ਪੰਨਾ ਬਚਾਉਣ ਵਾਸਤੇ ਨੇ। ਇਹਨਾਂ ਦਾ ਵਿਰੋਧ ਹੋ ਰਿਹਾ ਤੇ ਵਿਰੋਧ ਕਰ ਰਹੇ ਨੇ ਲੋਕ ਮੁੱਦਿਆਂ ਕਰਕੇ, ਕਾਰਗੁਜ਼ਾਰੀਆਂ ਕਰਕੇ, ਔਰ ਉਹਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈ ਰਿਹਾ। ਹਾਲਾਂਕਿ ਕਿਸਾਨ ਬਾਰ-ਬਾਰ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਬੀਜੇਪੀ ਦਾ ਵਿਰੋਧ ਕਰੋ ਕਿਉਂਕਿ ਕਾਨੂੰਨ ਉਹਨੇ ਬਣਾਏ ਨੇ, ਪਰ ਜੇ ਇਹਨਾਂ ਦੀ ਦੇਖੀ ਜਾਵੇ ਕਿ ਇਹਨਾਂ ਨੇ ਲੋਕਾਂ ਦੇ ਲਈ ਕੀਤਾ ਕੀ ਹੈ, ਤੇ ਅੱਜ ਜੇ ਸਵਾਲ ਕਰ ਰਹੇ ਨੇ ਤਾਂ ਇਹਦਾ ਮਤਲਬ ਜਾਗਰੂਕ ਨੇ ਲੋਕ ਜਾਗਰੂਕ ਹੋਏ ਹੈ। ਲੋਕਾਂ ਨੂੰ ਪਤਾ ਲੱਗ ਰਿਹਾ ਹੌਲੀ ਹੌਲੀ ਕਿ ਸਾਡੇ ਹੱਕ ਕੀ ਨੇ, ਸਾਡੇ ਅਧਿਕਾਰ ਕੀ ਨੇ, ਕਿਵੇਂ ਸਾਨੂੰ ਰਾਜਨੀਤਿਕ ਦਲ, ਰਾਜਨੀਤਿਕ ਨੇਤਾ ਜਿਹੜੇ ਨੇ ਉਹ ਆ ਕੇ ਲੁੱਟ ਲੈਂਦੇ ਨੇ। ਉਹਦਾ ਚੀਜ਼ ਦਾ ਅਸਰ ਹੈ, ਨਾ ਕਿ ਕਿਸੇ ਪਾਰਟੀ ਨਾਲ ਜੁੜੇ ਹੋਏ ਬੰਦੇ ਦਾ। ਕੋਈ ਕਿਸੇ ਨੂੰ ਮਗਰ ਕਿਵੇਂ ਲਾ ਲੂਗਾ, ਇਹ ਤਾਂ ਤੁਸੀਂ ਵੀ ਲਾ ਸਕਦੇ ਹੋ ਮਗਰ। ਫਿਰ ਜੇ ਕੋਈ ਕੱਲ ਨੂੰ ਕਿਸੇ ਪਾਰਟੀ ਨੂੰ ਕਹਿਤਾ ਕਿਸੇ ਨੇ ਕਿ ਸੁਖਬੀਰ ਬਾਦਲ ਦਾ ਵਿਰੋਧ ਕਰੋ, ਤਾਂ ਸੁਖਬੀਰ ਬਾਦਲ ਨਹੀਂ ਕਹੂਗਾ ਆਪਣੇ ਬੰਦਿਆਂ ਨੂੰ ਕਿ ਜਾ ਕੇ ਫਲਾਣੇ ਦਾ ਵਿਰੋਧ ਕਰੋ। ਇਹਦਾ ਮਤਲਬ ਜੇ ਕਿਤੇ ਅਕਾਲੀ ਦਲ ਦੇ ਬੰਦੇ ਵਿਰੋਧ ਕਰ ਰਹੇ ਨੇ ਤਾਂ ਪਾਰਟੀ ਨੇ ਸਿਖਾ ਕੇ ਭੇਜੇ ਹੋਣਗੇ। ਸੋ ਉਹਦਾ ਵੀ ਜਵਾਬ ਰੱਖਣਾ ਚਾਹੀਦਾ ਨਾ। ਸੋ ਉਹ ਵਿਰੋਧ ਜਿਹੜਾ ਹੈਗਾ ਜਾਗਰੂਕਤਾ ਕਾਰਨ ਹੋਇਆ, ਥੋੜਾ ਹੋ ਰਿਹਾ ਲੇਕਿਨ ਹੋ ਰਿਹਾ। ਕ੍ਰਾਂਤੀ ਤਾਂ ਆਉਂਦੀ ਹੈ, ਕਹਿੰਦੇ ਹੁੰਦੇ ਕਿ ਹਰ 100 ਸਾਲ ਬਾਅਦ ਕਿਤੇ ਨਾ ਕਿਤੇ ਚੇਂਜ ਹੁੰਦਾ ਹੈ, ਕ੍ਰਾਂਤੀ ਆਉਂਦੀ ਹੈ। ਸੋ ਉਹਦਾ ਇੱਕ ਹਿੱਸਾ ਮੰਨ ਸਕਦੇ ਹਾਂ ਜੀ। ਅੱਛਾ ਪਰਮਿੰਦਰ ਜੀ, ਇੱਕ ਚੀਜ਼ ਬੜਾ ਮਾਮਲਾ ਉੱਠਿਆ ਸੀ ਬੀਤੇ ਸਮੇਂ ਦੇ ਵਿੱਚ, ਜਿਹੜਾ ਆਸ਼ੂ ਨੇ ਕੈਬਨਿਟ ਮੰਤਰੀ ਉਹਨਾਂ ਦਾ ਤੇ ਬਲਵਿੰਦਰ ਸਿੰਘ ਸੇਖੋ ਹੋਰਾਂ ਦਾ, ਤੇ ਹੁਣ ਪਹਿਲਾਂ ਜਿੱਥੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਜਿਹੜਾ ਬਰਖਾਸਤ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼? ਦੇਖੋ, ਇਹ ਜਿਹੜਾ ਪੁਲਿਸ ਵਾਲੇ ਅਧਿਕਾਰੀ ਨੇ ਨਾ ਉੱਥੇ ਬੈਠੇ ਨੇ, ਚਾਹੇ ਕਰਨਾਲ ਦੇ ਵਿੱਚ ਘਟਨਾ ਵਾਪਰੀ, ਉਹ ਐਸਡੀਐਮ ਨੂੰ ਭੁਗਤਣਾ ਪਿਆ। ਹਾਲਾਂਕਿ ਬਹੁਤ ਹੀ ਜ਼ਿਆਦਾ ਤੱਥ ਜਿਹੜੇ ਹੈਗੇ ਉਹਦੇ ਸਾਹਮਣੇ ਨਹੀਂ ਆਏ ਕਿ ਕੀ ਉਹਦੇ ਨਾਲ ਵਾਪਰਿਆ ਹੈ, ਸਸਪੈਂਡ ਹੋਇਆ ਹੈ, ਤੇ ਐਸਐਚਓ ਬਾਰੇ ਕੀ ਗੱਲਾਂ ਹੋਈਆਂ ਨੇ। ਉਹਨਾਂ ਦੇ ਪਰਿਵਾਰ ਆ ਕੇ ਪ੍ਰੈਸ ਕਾਨਫਰੰਸਾਂ ਕਰਦੇ ਨੇ। ਏਦਾਂ ਹੀ ਸੇਖੋ ਨਾਲ ਜੇ ਆਪਾਂ ਦੇਖਿਆ ਜਾਏ, ਸੈਣੀ ਦੀ ਗੱਲ ਕਰ ਲਈ, ਜੇ ਸੁਮੇਧ ਸੈਣੀ ਡੀਜੀਪੀ ਪੰਜਾਬ, ਠੀਕ ਹੈ, ਜਿਹਨੇ ਰਾਜਨੀਤਿਕ ਆਗੂਆਂ ਦਾ ਗਲਤ ਕੰਮਾਂ ਦੇ ਵਿੱਚ ਸਾਥ ਦੇ ਹੈ ਨਾ, ਤੇ ਉਹਨੂੰ ਫਿਰ ਅੱਗੇ ਭੁਗਤਣਾ ਵੀ ਪਊਗਾ। ਇਹ ਰਾਜਨੀਤਿਕ ਦਲ ਨੇ ਵਰਤ ਕੇ ਛੱਡ ਦਿੰਦੇ ਨੇ। ਇਹਨਾਂ ਨੇ ਆਪਣਾ ਦੇਖਣਾ ਹੁੰਦਾ ਕਿ ਸਾਨੂੰ ਹੁਣ ਕਿਵੇਂ ਲੋਟ ਲੱਗ ਰਿਹਾ, ਵਰਤਿਆ ਗਿਆ, ਛੱਡਿਆ, ਜਿਵੇਂ ਵੀ ਹੈਗਾ। ਚਾਹੇ ਸੇਖੋਂ ਦੀ ਗੱਲ ਕਰਦੇ ਤਾਂ ਸੇਖੋ ਨੂੰ ਰਿਟਾਇਰਮੈਂਟ ਦੇ ਉੱਤੇ ਹੀ ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਰਿਟਾਇਰਮੈਂਟ ਹੋ ਰਹੀ ਹੈ ਤੇ ਇੱਧਰ ਬਰਖਾਸਤ ਕਰਤਾ। ਤਾਂ ਇਹ ਦੂਜੇ ਲੋਕਾਂ ਲਈ ਵੀ ਇੱਕ ਸਬਕ ਹੈ ਕਿ ਜੇ ਲੋਕਾਂ ਦੇ ਲਈ ਤੁਸੀਂ ਬਣੇ ਹੋ ਤਾਂ ਸਰਵੈਂਟ ਹੋ, ਉਹਨਾਂ ਨੂੰ ਸਰਵਿਸ ਦੇਣਾ ਤੁਹਾਡਾ ਕੰਮ ਹੈ। ਤਨਖਾਹ ਤੁਹਾਨੂੰ ਉਸ ਚੀਜ਼ ਦੀ ਮਿਲਦੀ ਹੈ, ਨਾ ਕਿ ਚਾਪਲੂਸੀ ਮਾਰਨ ਦੀ, ਜਾਂ ਇਹਨਾਂ ਦੇ ਢਹੇ ਚੜ ਕੇ ਤੁਸੀਂ ਜਾ ਕੇ ਲੋਕਾਂ ਨੂੰ ਖਰਾਬ ਕਰੋ, ਜਾਂ ਕਿਸੇ ਨੂੰ ਬਰਬਾਦ ਕਰੋ, ਜਾਂ ਕਿਸੇ ਦੇ ਉੱਤੇ ਐਲੀਗੇਸ਼ਨ ਲਾਓ, ਜਾਂ ਕਿਸੇ ਨੂੰ ਚੱਕ ਕੇ ਅੰਦਰ ਕਰ ਦੋ, ਕਿਸੇ ਦੇ ਪਰਚੇ ਪਾ ਦੋ। ਤੇ ਰਾਜਨੀਤਿਕ ਜਿਹੜੇ ਦਲ ਨੇ ਜਾਂ ਨੇਤਾ ਨੇ ਜਾਂ ਆਗੂ ਨੇ, ਕਹਿ ਲਓ ਆਪਾਂ ਲੀਡਰ ਨੇ, ਉਹਨਾਂ ਦੇ ਕਹਿਣ ਤੇ ਵੋਟਾਂ ਪਵਾਉਂਦੇ ਫਿਰੀ ਜਾਓ ਲੋਕਾਂ ਨੂੰ ਦਬਕੇ ਮਾਰ ਕੇ। ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ, ਅੱਗੇ ਜਾ ਕੇ ਦੂਜਾ ਬੰਦਾ ਲਿਆ ਕੇ, ਕੋਈ ਨਾ ਕੋਈ ਬੰਦਾ ਦੂਜਾ ਲਿਆ ਕੇ ਤੁਹਾਨੂੰ ਰਗੜ ਵੀ ਸਕਦਾ, ਚਾਹੇ ਉਹ ਪੰਜਾਬ ਦਾ ਡੀਜੀਪੀ ਕਿਉਂ ਨਾ ਹੋਵੇ। ਜੇ ਫਿਰ ਕਾਲੇ ਚਿੱਠੇ ਖੁੱਲਦੇ ਨੇ, ਫਿਰ ਉਹਨਾਂ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ, ਉਹ ਫਿਰ ਐਂ ਭੁਗਤਣਾ ਪੈਂਦਾ। ਜਿੱਦਾਂ ਡੀਜੀਪੀ ਨੂੰ ਆਪਣੀ ਜਿਹੜਾ ਮਹਿਕਮੇ ਦਾ ਮੁਖੀ ਵੀ ਰਿਹਾ, ਉਹਦੀ ਹਵਾਲਾਤ ਦੇ ਵਿੱਚ ਬੰਦ ਹੋਣਾ ਪਿਆ, ਉੱਥੇ ਗਸ਼ ਖਾ ਕੇ ਡਿੱਗਣਾ ਵੀ ਪਿਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਏਦਾਂ ਕਹਿ ਸਕਦੇ ਆਪਾਂ ਕਿ ਏਦਾਂ ਕਰਨ ਨਾਲ ਜਿਹੜਾ ਆਪਣਾ ਅਕਸ ਖਰਾਬ ਕਰ ਰਹੇ ਹੋ ਤੇ ਆਪਣਾ ਫਿਊਚਰ ਵੀ ਖਰਾਬ ਕਰ ਰਹੇ ਹੋ। ਕਿਤੇ ਨਾ ਕਿਤੇ ਜਾ ਕੇ ਇਹ ਲੋਕ ਇਹਨਾਂ ਅਧਿਕਾਰੀਆਂ ਨੂੰ ਉਵੇਂ ਹੀ ਜਿਹੜਾ ਕਿ ਗੇੜਾ ਦੇ ਦਿੰਦੇ ਨੇ, ਜਿਵੇਂ ਇਹਨਾਂ ਦੇ ਕਹੇ ਤੋਂ ਕਿਸੇ ਨੇ ਦੇ ਦਿੱਤਾ ਹੁੰਦਾ ਅੱਗੇ। ਜੀ ਪਰਮਿੰਦਰ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਅੱਜ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਤੇ ਆਪਣੇ ਵਿਚਾਰ ਰੱਖੇ ਨੇ। ਇਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਰੱਬ ਰਾਖਾ।